ਇਸ ਮੇਰੇ ਪੇਪਰ ਦਾ ਸਿਰਲੇਖ ਆ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦਾ ਤਿਲਸਮ ਇਤਿਹਾਸਕ ਪਰਿਪੇਖ। ਜਦੋਂ ਅਸੀਂ ਕੁਲਵੰਤ ਸਿੰਘ ਵਿਰਕ ਦੀ ਸ਼ਤਾਬਦੀ ਮਨਾ ਰਹੇ ਹਾਂ ਤੇ ਸਾਡੇ ਸਾਰਿਆਂ ਦੇ ਸਾਹਮਣੇ ਸਵਾਲ ਇਹ ਆ ਕਿ ਅਸੀਂ ਉਹਨਾਂ ਦੀਆਂ ਕਹਾਣੀਆਂ ਨੂੰ ਇੱਕ ਲੰਮੇ ਸਮੇਂ ਦੇ ਵਕਫੇ ਤੋਂ ਖੜ ਕੇ ਦੇਖਣ ਦਾ ਸਾਡੇ ਕੋਲ ਇੱਕ ਮੌਕਾ ਹੈ, ਜਿਹੜਾ ਸ਼ਾਇਦ ਉਹਨਾਂ ਵੇਲਿਆਂ ਦੇ ਆਲੋਚਕਾਂ ਕੋਲ ਨਹੀਂ ਸੀ। ਜਿਵੇਂ ਡਾਕਟਰ ਸੁਰਜੀਤ ਹੋਰਾਂ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਜਿਹੜੀ ਪੰਜਾਬੀ ਆਲੋਚਨਾ ਕੁਲਵੰਤ ਸਿੰਘ ਵਿਰਕ ਬਾਰੇ ਹੋਈ ਆ, ਉਹਨੂੰ ਵੀ ਸਾਨੂੰ ਰੀਵਿਜ਼ਿਟ ਕਰਨ ਦੀ ਲੋੜ ਆ ਵਿਰਕ ਦੇ ਨਾਲ ਨਾਲ। ਸੋ ਜਿਹੜਾ ਹਰ ਵੱਡਾ ਲੇਖਕ ਹੁੰਦਾ, ਜਿਵੇਂ ਕਿ ਕੁਲਵੰਤ ਵਿਰਕ ਸਾਡਾ ਵੱਡਾ ਲੇਖਕ ਆ, ਹਰ ਵੱਡਾ ਲੇਖਕ ਆਲੋਚਕਾਂ ਸਾਹਮਣੇ ਵੀ ਚੁਣੌਤੀ ਖੜੀ ਕਰਦਾ ਕਿ ਆਲੋਚਕ ਉਹਨੂੰ ਸਹੀ ਉਦੋਂ ਤੱਕ ਪਹੁੰਚ ਸਕਦੇ ਨੇ ਕਿ ਨਹੀਂ ਪਹੁੰਚ ਸਕਦੇ। ਤੇ ਉਹਦੇ ਲਈ ਕਈ ਵਾਰ ਐਂ ਲੱਗਦਾ ਕਿ ਜਿਹੜੀਆਂ ਸਾਡੀਆਂ ਪਰੰਪਰਕ ਆਲੋਚਨਾ ਵਿਧੀਆਂ ਨੇ, ਬਿਰਤਾਂਤ ਸ਼ਾਸਤਰ ਆ, ਰੂਪ ਵਿਧਾ ਜਾਂ ਹੋਰ ਵਿਧੀਆਂ ਨੇ ਸਾਡੀਆਂ, ਉਹ ਕਦੇ ਕਦੇ ਐਂ ਲੱਗਦਾ ਕਿ ਲੇਖਕ ਦੀ ਵਿਲੱਖਣਤਾ ਹੱਥੋਂ ਨੂੰ ਖੁੰਝ ਗਈ ਹੈ। ਸਗੋਂ ਇਸ ਵੇਲੇ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਜਿਹੜੀਆਂ ਸਾਡੀਆਂ ਆਲੋਚਨਾ ਵਿਧੀਆਂ ਨੇ ਉਹਨਾਂ ਨੂੰ ਵੀ ਦੁਬਾਰਾ ਤੋਂ ਦੇਖਣ ਦੀ ਲੋੜ ਆ, ਜਿਹਦੇ ਨਾਲ ਅਸੀਂ ਆਪਣੇ ਮਾਸਟਰਸ ਨੂੰ ਬਿਹਤਰ ਤਰੀਕੇ ਨਾਲ ਸਮਝ ਸਕੀਏ। ਕੁਲਵੰਤ ਸਿੰਘ ਵਿਰਕ ਬਾਰੇ ਬਹੁਤ ਸਾਰੇ ਆਲੋਚਕਾਂ ਨੇ ਕੰਮ ਕੀਤਾ, ਬਹੁਤ ਸਾਰੀ ਗੱਲਬਾਤ ਉਹਨਾਂ ਬਾਰੇ ਹੋਈ ਆ, ਤੇ ਬਹੁਤੀ ਵਾਰ ਜਿਹੜਾ ਮੈਨੂੰ ਇਹ ਮਹਿਸੂਸ ਕੀਤਾ ਕਿ ਕੁਲਵੰਤ ਸਿੰਘ ਵਿਰਕ ਬਾਰੇ ਜਦੋਂ ਗੱਲ ਹੁੰਦੀ ਤਾਂ ਉਹਨਾਂ ਦੀ ਜੀਵਨ ਤੇ ਰਚਨਾ ਦੇ ਪ੍ਰਸੰਗ 'ਚ ਕੀਤੀ ਜਾਂਦੀ ਹੈ, ਤੇ ਉਹਨਾਂ ਦੀ ਜਿਹੜੀ ਕਹਾਣੀ ਕਲਾ ਦੇ, ਭਾਵੇਂ ਪੰਜਾਬੀ ਪਾਠਕ ਆ, ਲੇਖਕ ਆ, ਇੱਕ ਆਲੋਚਕ ਆ, ਸਾਰੇ ਉਹਦੀ ਕਹਾਣੀ ਕਲਾ ਦੇ ਕਾਇਲ ਨੇ। ਪਰ ਜਿਹੜੀ ਉਹਦੀ ਕਹਾਣੀ ਦਾ ਕਮਾਲ ਆ, ਇਹਦਾ ਸਿਰਜਕ ਕੌਣ ਆ? ਇਹ ਕਿਵੇਂ ਸੰਭਵ ਹੁੰਦਾ ਕਿ ਕੁਲਵੰਤ ਸਿੰਘ ਵਿਰਕ ਦੇ ਹੱਥਾਂ 'ਚ ਆ ਕੇ ਪੰਜਾਬੀ ਨਿੱਕੀ ਕਹਾਣੀ ਦਾ, ਖਾਸ ਤੌਰ ਤੇ ਮਾਡਲ ਮੈਂ ਅੰਡਰਲਾਈਨ ਕਰ ਰਿਹਾ ਕਿ ਨਿੱਕੀ ਕਹਾਣੀ ਦਾ ਮਾਡਲ ਸਿਖਰ ਤੇ ਪਹੁੰਚ ਜਾਂਦਾ, ਉਹਨਾਂ ਦੇ ਹੱਥਾਂ 'ਚ ਲਿਸ਼ਕ ਜਾਂਦਾ, ਤੇ ਵਿਰਕ ਸਾਹਿਬ ਦੇ ਆਖਰੀ ਸਮੇਂ ਤੋਂ ਉਹ ਕਹਾਣੀ ਦਾ ਮਾਡਲ ਤਿਲਕਦਾ ਸੈਂਟਰ ਤੋਂ ਹਾਸ਼ੀਏ ਤੇ ਜਾਣਾ ਸ਼ੁਰੂ ਹੋ ਜਾਂਦਾ, ਤੇ ਇੱਕ ਸਮੇਂ ਬਾਅਦ ਉਹ ਪਾਸੇ ਹੋ ਜਾਂਦਾ, ਜਿਹਦੇ ਵੱਲ ਇਸ਼ਾਰਾ ਡਾਕਟਰ ਸੁਰਜੀਤ ਆਪਣੇ ਪਿਛਲੇ ਲੈਕਚਰ 'ਚ ਤੇ ਅੱਜ ਵੀ ਕੀਤਾ ਕਿ ਹੁਣ ਤੱਕ ਆਉਂਦੇ ਸਾਡੇ ਕੋਲੋਂ ਨਿੱਕੀ ਕਹਾਣੀ ਦਾ ਜਿਹੜਾ ਮਾਡਲ ਆ ਉਹ ਖੁੱਸ ਜਾਂਦਾ। ਮੈਂ ਇਸ ਗੱਲ ਨੂੰ, ਮੇਰੀ ਜਿਹੜਾ ਹਾਈਪੋਥੀਸਿਸ ਆ ਉਹ ਇਹ ਆ ਕਿ ਜਦੋਂ ਅਸੀਂ ਵਿਰਕ ਦੀ ਕਹਾਣੀ ਦਾ ਕਮਾਲ ਕਹਿੰਦੇ ਆ, ਉਹਦੀਆਂ ਜਿੰਨੀਆਂ ਵੀ ਉਹਨੂੰ ਤਸ਼ਬੀਹਾਂ ਦਿੱਤੀਆਂ ਨੇ, ਅਸੀਂ ਨਿੱਕੀ ਕਹਾਣੀ ਦਾ ਬਾਦਸ਼ਾਹ, ਸਹਿਜ ਸਰਲ ਕਹਾਣੀ ਕਹਿਣ ਵਾਲਾ, ਤਾਂ ਅਸੀਂ ਬਹੁਤੀ ਵਾਰ ਉਹਨੂੰ ਇਹ ਮੰਨਿਆ ਕਿ ਉਹ ਲੇਖਕ ਦੀ ਆਪਣੀ ਇੱਕ ਪ੍ਰਤਿਭਾ ਸੀ, ਕੁਲਵੰਤ ਸਿੰਘ ਵਿਰਕ ਹੋਰਾਂ ਦੀ ਆਪਣੀ ਪ੍ਰਤਿਭਾ। ਪਰ ਵਿਰਕ ਹੋਰਾਂ ਦੀ ਪ੍ਰਤਿਭਾ ਦੇ ਨਾਲ ਨਾਲ ਮੇਰਾ ਮੰਨਣਾ ਇਹ ਹੈ ਕਿ ਜਿਹੜਾ ਉਸ ਵੇਲੇ ਦਾ ਇੱਕ ਇਤਿਹਾਸਿਕ ਪ੍ਰਸੰਗ ਆ, ਇਤਿਹਾਸਿਕ ਪਿਛੋਕੜ ਆ, ਸਾਨੂੰ ਉਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ, ਜਿਹਦੇ ਵਿੱਚੋਂ ਕਹਾਣੀ ਦਾ ਖਾਸ ਵਿਸ਼ੇਸ਼ ਨਿੱਕਾ ਮਾਡਲ ਅੰਡਰਲਾਈਨ ਹੁੰਦਾ ਤੇ ਉਹ ਬਹੁਤ ਮਹੱਤਵਪੂਰਨ ਰੋਲ ਅਦਾ ਕਰ ਜਾਂਦਾ। ਇਸ ਕਰਕੇ ਜੇ ਅਸੀਂ ਵਿਰਕ ਦਾ ਕਹਾਣੀ ਦਾ ਸਮਾਂ ਦੇਖੀਏ ਤਾਂ 1944-45 ਦੀ ਕਹਾਣੀ ਤੋਂ ਸ਼ੁਰੂ ਕਰਕੇ, ਚਰਚਾ ਕਹਾਣੀ ਤੋਂ ਸ਼ੁਰੂ ਕਰਕੇ ਉਹ 1984 ਤੱਕ ਉਹਨਾਂ ਦਾ ਕਾਲ ਆ। ਪਰ ਮੁੱਖ ਤੌਰ ਤੇ ਜਿਹੜਾ ਉਹਨਾਂ ਦਾ, ਜਿਹੜੀਆਂ ਕਹਾਣੀਆਂ ਕਰਕੇ ਵਿਰਕ ਸਾਹਿਬ ਨੂੰ ਜਾਣਿਆ ਜਾਂਦਾ, ਉਹ ਕਹਾਣੀਆਂ 1967 ਤੱਕ ਪ੍ਰਕਾਸ਼ਿਤ ਹੁੰਦੀਆਂ ਨੇ, ਨਵੇਂ ਲੋਕ ਕਹਾਣੀ ਸੰਗ੍ਰਹਿ ਤੱਕ। ਉਸ ਤੋਂ ਬਾਅਦ ਵਾਲੇ 20 ਸਾਲ ਉਹਨਾਂ ਦੀ ਰਚਨਾ ਬਹੁਤ ਥੋੜੀ ਹੁੰਦੀ ਹੈ ਤੇ ਉਹਨਾਂ ਦਾ ਜਿਹੜਾ ਵਿਰਕਈ ਟੱਚ ਆ ਉਹ ਮਿਸਿੰਗ ਸਾਨੂੰ ਲੱਗਦਾ। ਸੋ ਜਿਹੜੇ ਪਹਿਲੇ 2 ਦਹਾਕੇ ਨੇ, 1944 ਤੋਂ ਲੈ ਕੇ 1967 ਤੱਕ ਦਾ ਸਮਾਂ, ਇਹ ਵਿਸ਼ਵ ਇਤਿਹਾਸ ਦੇ ਵਿੱਚ ਵੀ ਮਹੱਤਵਪੂਰਨ ਨੇ, ਪੰਜਾਬ ਦੇ ਇਤਿਹਾਸ 'ਚ ਵੀ ਮਹੱਤਵਪੂਰਨ ਨੇ, ਤੇ ਇਹਨਾਂ ਸਥਿਤੀਆਂ ਨੇ ਲਾਜ਼ਮੀ ਤੌਰ ਤੇ ਉਸ ਸਮੇਂ ਦੀ ਸਿਰਜਣਕਾਰੀ, ਰਚਨਾਕਾਰੀ ਤੇ ਰਚਨਾਤਮਕ ਦ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ। ਤੇ ਜਦੋਂ ਮੈਂ ਇਤਿਹਾਸ ਦੀ ਗੱਲ ਕਰ ਰਿਹਾ ਤਾਂ ਮੇਰਾ ਮਕਸਦ ਸਿਰਫ ਇਹ ਨਹੀਂ ਹੈ ਕਿ ਅਸੀਂ ਲੇਖਕ ਦੀ ਜੀਵਨ ਤੇ ਰਚਨਾ ਨੂੰ ਦੇਖਣਾ, ਉਹਦੇ ਜੀਵਨੀਗਤ ਵੇਰਵਿਆਂ ਨੂੰ ਦੇਖਣਾ। ਉੱਥੇ ਮੇਰਾ ਮਕਸਦ ਇਤਿਹਾਸਕ, ਵਿਸ਼ਵ ਇਤਿਹਾਸਕਤਾ ਤੋਂ ਵੀ, ਜਿਹਦੇ ਵੱਲ ਅਲਥਿਊਜ਼ਰ ਨੇ ਇਸ਼ਾਰਾ ਕੀਤਾ ਕਿ ਵਿਸ਼ਵ ਇਤਿਹਾਸਕਤਾ ਤੋਂ ਭਾਵ ਆ ਉਹ ਆਰਥਿਕ ਬਣਤਰਾਂ ਜਿਹੜੀਆਂ ਸਾਡੇ ਸਮਾਜ ਨੂੰ ਨਵੇਂ ਸਿਰੋਂ ਐਸਟੈਬਲਿਸ਼ ਕਰ ਰਹੀਆਂ ਨੇ। ਉਹਦੇ ਵਿੱਚ ਪੂੰਜੀਵਾਦ ਦਾ ਉਭਾਰ ਆ, ਉਸ ਸਮੇਂ ਵਿੱਚ ਜਿਹੜਾ ਪੰਜਾਬ ਦੇ ਵਿੱਚ ਬਸਤੀਵਾਦੀ ਦਖਲ ਨਾਲ ਆਈ ਆਧੁਨਿਕਤਾ ਤੇ ਐਨਲਾਈਟਨਮੈਂਟ ਦੇ ਪ੍ਰੋਜੈਕਟ ਜਿਸ ਤਰੀਕੇ 'ਚ ਪੰਜਾਬ 'ਚ ਪਹੁੰਚਿਆ, ਉਹਦਾ ਦਖਲ ਆ। ਉਹਦੇ ਵਿੱਚ ਜਿਹੜਾ ਪੰਜਾਬੀ ਪਛਾਣ ਦਾ ਮਸਲਾ ਹੈ ਕਿ ਪੰਜਾਬੀ ਬੰਦਾ ਆਪਣੀ ਪਛਾਣ ਲਈ ਵੀ ਸਟਰਗਲ ਕਰ ਰਿਹਾ, ਤੇ ਉਹ ਸਮੇਂ ਨੇ ਜਦੋਂ ਭਾਰਤ, ਨਵਾਂ ਭਾਰਤ ਵੀ ਉਸਰ ਰਿਹਾ, ਜਦੋਂ ਨਵੀਆਂ ਬਣਤਰਾਂ ਬਣਦੀਆਂ ਪਈਆਂ ਨੇ, ਜਿਹੜਾ ਜਗੀਰੂ ਪ੍ਰਬੰਧ ਆ ਉਹ ਡਿੱਗਦਾ ਪਿਆ, ਤੇ ਉਹਦੀ ਥਾਂ ਤੇ ਨਵੀਆਂ ਪੂੰਜੀਵਾਦੀ ਬਣਤਰਾਂ ਬਣਦੀਆਂ ਪਈਆਂ ਨੇ। ਇਸ ਸਮੇਂ ਦੇ ਦਰਮਿਆਨ ਕੁਲਵੰਤ ਸਿੰਘ ਵਿਰਕ ਕਹਾਣੀ ਲਿਖਦੇ ਨੇ। ਦੂਜਾ ਮੇਰਾ ਮੰਨਣਾ ਹੈ ਕਿ ਜਦੋਂ ਵੀ ਕੋਈ ਲੇਖਕ ਲਿਖਦਾ ਤਾਂ ਉਹ ਅਕਸਰ ਕੁਝ ਕੁ ਸਰੋਕਾਰਾਂ ਬਾਰੇ ਵਾਰ-ਵਾਰ ਲਿਖਦਾ, ਤੇ ਜੇ ਮੈਂ ਇਸ ਗੱਲ ਨੂੰ ਥੋੜਾ ਜਿਹਾ ਅਤਕਥਨੀ 'ਚ ਕਹਿਣਾ ਹੋਵੇ ਤਾਂ ਮੈਂ ਕਹੂੰਗਾ ਕਿ ਇੱਕ ਲੇਖਕ ਇੱਕੋ ਕਹਾਣੀ ਵਾਰ-ਵਾਰ ਸੁਣਾਉਂਦਾ। ਜੇ ਅਸੀਂ ਵਿਰਕ ਨੂੰ ਇੱਕੋ ਸਾਹਿਬ ਪੜ੍ਹਦੇ ਹਾਂ
ਉਹਨਾਂ ਦੀਆਂ ਸਾਰੀਆਂ ਕਹਾਣੀਆਂ ਨੂੰ, ਤਾਂ ਉਦੋਂ ਐਂ ਲੱਗਦਾ ਹੈ ਕਿ ਵਿਰਕ ਦੀਆਂ ਸਾਰੀਆਂ ਕਹਾਣੀਆਂ ਜਾਂ ਵਿਰਕ ਇਸ ਗੱਲ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ ਕਿ ਜਿਸ ਸਮਾਜ ਵਿੱਚ ਉਹ ਹੈ ਉਸ ਵਿੱਚ ਬੰਦਾ ਕਿਵੇਂ ਜਿਉਂਦਾ, ਡਰਦਾ, ਡਿੱਗਦਾ, ਹੱਸਦਾ, ਕਿਰਤ ਕਰਦਾ, ਸੁਪਨੇ ਲੈਂਦਾ, ਪਿਆਰ ਕਰਦਾ, ਕਦੇ ਧਰਤੀ ਹੇਠਲਾ ਬੌਲਦ ਬਣ ਜਾਂਦਾ ਤੇ ਕਦੇ ਮਨੁੱਖਤਾ ਦਾ ਬੜਾ ਮਿੱਧਿਆ ਹੋਇਆ ਨਮੂਨਾ ਬਣ ਕੇ ਜਿਉਂਦਾ। ਇਸ ਅਸਮਾਨ ਜਿੱਡੇ ਵੱਡੇ ਦਾਰਸ਼ਨਿਕ ਸਵਾਲ ਜਾਂ ਗੁੰਝਲ ਦੇ ਚੁਫੇਰੇ ਤੁਰਦਾ ਉਹ ਇਸ ਦੀਆਂ ਨਿੱਕੀਆਂ ਨਿੱਕੀਆਂ ਲਿਸ਼ਕੋਰਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਉਤਾਰ ਦਿੰਦਾ ਤੇ ਪਾਠਕ ਦੇ ਹੱਥ ਤੇ ਲਿਆ ਕੇ ਰੱਖ ਦਿੰਦਾ, ਤੇ ਪਾਠਕ ਚਕਿਤ ਹੋ ਜਾਂਦਾ ਕਿ ਇਹ ਦ੍ਰਿਸ਼ ਤਾਂ ਮੈਂ ਪਹਿਲਾਂ ਬਹੁਤ ਵਾਰੀ ਦੇਖ ਚੁੱਕਾ, ਪਰ ਇਹ ਮੈਨੂੰ ਕਿਉਂ ਨਹੀਂ ਇਸ ਤਰ੍ਹਾਂ ਨਾਲ ਨਜ਼ਰ ਆਇਆ। ਤਾਂ ਇਹਦਾ ਮਤਲਬ ਇਹ ਆ ਕਿ ਵਿਰਕ ਕੋਲ ਇੱਕ ਨਵੀਂ ਦ੍ਰਿਸ਼ਟੀ ਆਉਂਦੀ ਆ, ਜਿਹੜੀ ਪੁਰਾਣੇ ਦ੍ਰਿਸ਼ਾਂ ਨੂੰ, ਪੁਰਾਣੇ ਅਨੁਭਵਾਂ ਨੂੰ ਨਵੇਂ ਸਿਰੇ ਤੋਂ ਰੌਸ਼ਨ ਕਰਕੇ ਪੇਸ਼ ਕਰਦੀ ਪਈ ਹੈ। ਤੇ ਇਕੱਲੀ ਦ੍ਰਿਸ਼ਟੀ ਨਹੀਂ, ਉਸ ਦ੍ਰਿਸ਼ਟੀ ਦੇ ਅਨੁਕੂਲ ਇੱਕ ਕਹਾਣੀ ਦਾ ਮਾਡਲ ਆ। ਜਿਹੜੀ ਵਿਰਕ ਦੀ ਦ੍ਰਿਸ਼ਟੀ ਆ ਉਹਦੇ ਲਈ ਸਭ ਤੋਂ ਅਨੁਕੂਲ ਜਿਹੜਾ ਸਾਹਿਤ ਰੂਪ ਬਣਦਾ ਉਹ ਨਿੱਕੀ ਕਹਾਣੀ ਦਾ ਮਾਡਲ ਬਣਦਾ। ਤੇ ਦੂਜੀ ਗੱਲ ਇੰਪੋਰਟੈਂਟ ਇਹ ਹੈ ਕਿ ਜਦੋਂ ਵਿਰਕ ਬਾਰੇ ਕਿਉਂਕਿ ਵਿਰਕ ਜਦੋਂ ਕੋਈ ਲੇਖਕ ਇਤਿਹਾਸਕ ਦੌਰ ਦੇ ਵਿੱਚੋਂ ਲੰਘ ਰਿਹਾ ਹੁੰਦਾ ਤਾਂ ਜਦੋਂ ਅਸੀਂ ਉਸ ਸਮੇਂ ਦੇ ਪ੍ਰਤੀਕਾਂ ਜਾਂ ਬਿੰਬਾਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਅਸੀਂ ਉਹਦੇ ਵਿੱਚ ਮੀਡੀਏਟ ਕਰ ਰਹੇ ਹੁੰਦੇ ਹਾਂ, ਉਹਦੀ ਵਿਆਖਿਆ ਕਰ ਰਹੇ ਹੁੰਦੇ ਹਾਂ। ਤੇ ਵਿਰਕ ਦੀਆਂ ਕਹਾਣੀਆਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵਿਰਕ ਆਪਣੇ ਸਮਿਆਂ ਨੂੰ ਕਿਵੇਂ ਮੀਡੀਏਟ ਕਰਦਾ ਪਿਆ, ਆਪਣੇ ਸਮਿਆਂ ਦੀ ਵਿਆਖਿਆ ਕਿਵੇਂ ਕਰਦਾ ਪਿਆ, ਉਹਦਾ ਆਧੁਨਿਕਤਾ ਨਾਲ ਕੀ ਸੰਬੰਧ ਆ, ਉਹਦਾ ਪਰੰਪਰਾ ਨਾਲ ਕਿਹੋ ਜਿਹਾ ਸੰਬੰਧ ਆ, ਤੇ ਉਹ ਆਪਣੀ ਗੱਲ ਕਹਿਣ ਲਈ ਕਿਹੜੀਆਂ ਜੁਗਤਾਂ ਦੀ ਵਰਤੋਂ ਕਰਦਾ। ਕਿਉਂਕਿ ਹਰ ਜੁਗਤ ਸਿਰਫ ਲੇਖਕ ਦੀ ਪਰਸਨਲ ਚੋਣ ਨਹੀਂ ਹੁੰਦੀ, ਜਿਹੜੀ ਕੋਈ ਵੀ ਕਲਾਤਮਕ ਜੁਗਤ ਆ ਉਹਦੀ ਇੱਕ ਵਿਚਾਰਧਾਰਕ ਪਿੱਠ ਭੂਮੀ ਵੀ ਹੁੰਦੀ ਹੈ। ਇਸ ਕਰਕੇ ਜਿਹੜਾ ਲੇਖਕ ਦੇ ਸਮਕਾਲੀ ਆਲੋਚਕਾਂ ਨੇ ਇਸ ਗੱਲ ਤੇ ਰਾਜ ਲਾਇਆ ਕਿ ਉਹਦੇ ਤੇ ਪ੍ਰਗਤੀਵਾਦ ਦਾ ਪ੍ਰਭਾਵ ਨਹੀਂ ਹੈਗਾ, ਉਹਨੂੰ ਗੁੱਸਾ ਨਹੀਂ ਆਉਂਦਾ ਉਹਦੇ ਪਾਤਰਾਂ 'ਚ ਕੋਈ ਵੀ ਤਬਦੀਲੀ ਦੀ ਗੱਲ ਨਹੀਂ ਆਉਂਦੀ, ਤਾਂ ਇੱਥੇ ਜਿਹੜੀ ਗੱਲ ਆਪਣੇ ਲਈ ਮਹੱਤਵਪੂਰਨ ਆ ਕਿ ਜਿਹੜਾ ਕੁਲਵੰਤ ਸਿੰਘ ਵਿਰਕ ਦਾ ਸਭ ਤੋਂ ਜ਼ਿਆਦਾ ਫੋਕਸ ਆ ਉਹ ਨਾ ਤਾਂ ਕੋਈ ਰਾਜਨੀਤਿਕ ਤਬਦੀਲੀ ਆ ਨਾ ਸਮਾਜ, ਉਹਦੇ ਲਈ ਜਿਹੜਾ ਸਭ ਤੋਂ ਵੱਡਾ ਫੋਕਸ ਆ ਉਹ ਹੈਗਾ ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਸਮਝਣਾ, ਸਧਾਰਨ ਮਨੁੱਖ ਦੇ ਵੱਖੋ ਵੱਖਰੇ ਪਸਾਰਾਂ ਨੂੰ ਸਮਝਣਾ। ਤੇ ਉਹ ਆਪਣੀ ਰਚਨਾ ਬਾਰੇ ਲਿਖਦਾ ਵੀ ਆ ਕਿ ਜੇ ਤੁਹਾਨੂੰ ਇਹ ਕਹਾਣੀਆਂ ਪੜ੍ਹ ਕੇ ਰਸ ਆਵੇ, ਇਹਨਾਂ ਵਿੱਚੋਂ ਕੋਈ ਲਾਟ ਮਨੁੱਖੀ ਸੁਭਾਅ ਦੀ ਕੋਈ ਡੂੰਘਾਣ ਤੁਹਾਨੂੰ ਦਿਖਾਵੇ ਜਾਂ ਜੀਵਨ ਬਾਰੇ ਤੁਹਾਡਾ ਗਿਆਨ ਚੁੜੇਰਾ ਕਰੇ ਤਾਂ ਮੇਰੀ ਪੁੱਗੀ ਸਮਝੋ, ਇਸ ਤੋਂ ਅੱਗੇ ਮੇਰਾ ਕੋਈ ਨਿਸ਼ਾਨਾ ਨਹੀਂ। ਭਾਵ ਲੇਖਕ ਦਾ ਸਭ ਤੋਂ ਵੱਡਾ ਜਿਹੜਾ ਫੋਕਸ ਆ ਉਹ ਮਨੁੱਖੀ ਅਸਤਿਤਵ ਨੂੰ ਸਮਝਣਾ, ਮਨੁੱਖੀ ਅਸਤਿਤਵ ਦੇ ਵੱਖਰੇ ਵੱਖਰੇ ਸ਼ੇਡਸ ਨੂੰ ਸਮਝਣਾ। ਤੇ ਇੱਥੋਂ ਤੱਕ ਆਪਾਂ ਇਹ ਦੇਖਾਂਗੇ ਕਿ ਜਦੋਂ ਵਿਰਕ ਵੰਡ ਦੇ ਦੁਖਾਂਤ ਬਾਰੇ ਵੀ ਕਹਾਣੀਆਂ ਲਿਖਦਾ ਤਾਂ ਉਹਦੇ ਲਈ ਪਹਿਲ ਵੰਡ ਦਾ ਦੁਖਾਂਤ ਨਹੀਂ ਹੈਗਾ, ਉਸ ਸਮੇਂ ਦਾ ਇਤਿਹਾਸਕ ਚਿੱਤਰਣ ਉਹਦੀ ਪਹਿਲ ਨਹੀਂ ਹੈਗਾ, ਉਹਦੀ ਪਹਿਲ ਉਹਨਾਂ ਸਥਿਤੀਆਂ ਦੇ ਦਰਮਿਆਨ ਮਨੁੱਖ ਦੇ ਰਿਸਪੌਂਸਿਸ ਨੂੰ ਫੜਨਾ। ਇਸ ਕਰਕੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਵਿਰਕ ਦੀਆਂ ਕਹਾਣੀਆਂ ਭਾਵੇਂ ਵੰਡ ਨਾਲ ਜਿਹੜੀਆਂ ਸੰਬੰਧਿਤ ਨੇ ਉਹਦੇ 'ਚ ਉਸ ਤਰ੍ਹਾਂ ਦਾ ਦੁਖਾਂਤ ਨਹੀਂ ਪੈਦਾ ਹੁੰਦਾ, ਉਸ ਤਰ੍ਹਾਂ ਦਾ ਗੁੱਸਾ ਨਹੀਂ ਆਉਂਦਾ, ਕਿਉਂਕਿ ਵਿਰਕ ਦਾ ਕੰਸਰਨ ਬੇਸਿਕਲੀ ਮਨੁੱਖ ਦੇ ਰਿਸਪੌਂਸਿਸ ਨੂੰ ਫੜਨਾ ਤੇ ਉਹਨਾਂ ਰਿਸਪੌਂਸਿਸ ਨੂੰ ਬਿਲਕੁਲ ਆਬਜੈਕਟਿਵ ਹੋ ਕੇ ਸੁਣਨਾ, ਨਾ ਉੱਤੇ ਕੋਈ ਜੱਜਮੈਂਟ ਦੇਣੀ ਹੈ, ਨਾ ਉੱਤੇ ਕੋਈ ਵਿਅੰਗ ਕਰਨਾ, ਨਾ ਉੱਤੇ ਕੋਈ ਗੁੱਸਾ ਕਰਨਾ। ਤੇ ਜਿਹੜਾ ਇਸ ਲਈ ਮਨੁੱਖ ਨੂੰ ਕਿਉਂਕਿ ਉਹਦਾ ਸਮਝਣਾ ਸਰੋਕਾਰ ਹੈ, ਇਸ ਕਰਕੇ ਉਹਦੀ ਰਚਨਾਤਮਕ ਦ੍ਰਿਸ਼ਟੀ ਦੇ ਵਿੱਚ ਨਾ ਤਾਂ ਪ੍ਰਗਤੀਸ਼ੀਲ ਦਾ ਕੋਈ ਜਾਂ ਮਨੋਵਿਗਿਆਨ ਦਾ ਜਾਂ ਕਿਸੇ ਵੀ ਸਿਧਾਂਤ ਦਾ ਬਹੁਤ ਭਾਰੂ ਰੂਪ ਵਿੱਚ ਉੱਪਰ ਦਿਸਦਾ ਦਖਲ ਨਹੀਂ ਹੈਗਾ। ਤੇ ਜੇ ਮੈਨੂੰ ਇਹ ਲੱਗਦਾ ਕਿ ਉਹਦੀ ਜਿਹੜੀ ਕਹਾਣੀ ਦੇ ਵਿੱਚ ਦਖਲ ਆ, ਜਿਵੇਂ ਹੋਰ ਆਲੋਚਕਾਂ ਨੇ ਕਿਹਾ ਕਿ ਮਾਨਵਵਾਦ ਦਾ, ਤੇ ਪਰ ਮਾਨਵਵਾਦ ਦਾ ਜਿਹੜਾ ਦਖਲ ਆ ਬੇਸਿਕਲੀ ਮੈਨੂੰ ਇਹ ਲੱਗਦਾ ਕਿ ਉਹ ਰੋਮਾਂਚਕ ਮਾਨਵਵਾਦ ਆ, ਉਹ ਬੰਦੇ ਨੂੰ ਲੈ ਕੇ ਬਹੁਤ ਰੋਮਾਂਟਿਕ ਆ, ਉਹਨੂੰ ਬੰਦੇ ਦਾ ਜਿਹੜਾ ਬਲੀ ਹੱਥ ਆ ਉਹ ਬਹੁਤ ਤਾਕਤਵਰ ਲੱਗਦਾ ਉਸ ਵੇਲੇ, ਕਿਉਂਕਿ ਉਸ ਵੇਲੇ ਜਿਹੜਾ ਇਨਲਾਈਟਨਮੈਂਟ ਦਾ ਪ੍ਰੋਜੈਕਟ ਅਨਲੀਸ਼ ਹੋ ਰਿਹਾ ਸੀਗਾ, ਵਿਗਿਆਨ ਦੀ ਚੜ੍ਹਾਈ ਸੀਗੀ, ਉਹਦੇ 'ਚ ਇਹ ਸਮਝਿਆ ਜਾ ਰਿਹਾ ਸੀਗਾ ਕਿ ਮਨੁੱਖ ਸਭ ਤੋਂ ਵੱਡੀ ਤਾਕਤ ਆ। ਤੇ ਵਿਰਕ ਦੀ ਕਹਾਣੀ ਉਸ ਦ੍ਰਿਸ਼ਟੀ ਤੋਂ ਆਉਂਦੀ ਹੈ ਜਿਹੜੀ ਮਨੁੱਖ ਨੂੰ ਵੱਡੀ ਤਾਕਤ ਸਮਝਦੀ ਹੈ, ਇਸ ਕਰਕੇ ਮਨੁੱਖ ਨੂੰ ਵਾਰ-ਵਾਰ ਕੇਂਦਰ 'ਚ ਲਿਆਉਂਦਾ, ਉਹਦੇ ਪਾਤਰ ਕਦੇ ਰੋਂਦੇ ਨਹੀਂ, ਪਾਤਰ ਕਦੇ ਨਿਰਾਸ਼ ਨਹੀਂ ਹੁੰਦੇ, ਚਾਹੇ ਉਹ ਦੁਖਾਂਤ 'ਚ ਨਹੀਂ ਭਾਵੇਂ ਉਹ ਵੰਡ 'ਚ ਨਹੀਂ। ਇਸੇ ਕਰਕੇ ਜਦੋਂ ਵਿਰਕ ਕਹਾਣੀ ਲਿਖਦਾ ਤੇ ਉਹ ਕਹਾਣੀ ਸ਼ੁਰੂ ਕਰਦਾ, ਜਿਹੜੀਆਂ ਪਹਿਲੇ 2 ਦਹਾਕਿਆਂ ਦੀਆਂ ਕਹਾਣੀਆਂ ਦੀ ਮੈਂ ਗੱਲ ਕਰ ਰਿਹਾ, ਉਹਨਾਂ ਕਹਾਣੀਆਂ ਦੀ ਸ਼ੁਰੂਆਤ ਹਮੇਸ਼ਾ ਪਾਤਰ ਨਾਲ ਕਰਦਾ, ਯਾਨੀ ਬੰਦੇ ਨਾਲ ਕਰਦਾ, ਚੌਗਿਰਦਾ ਜਾਂ ਸਮਾਜਿਕ ਵਾਤਾਵਰਨ ਨੂੰ ਫੇਰ ਚਿੱਤਰਦਾ। ਪਹਿਲਾਂ ਬੰਦੇ ਦਾ ਨਾਮ ਆਏਗਾ, ਫਿਰ ਉਹਦਾ ਨਾਮ ਜਾਂ ਪੜਨਾਮ ਤੋਂ ਸ਼ੁਰੂ ਕਰੇਗਾ, ਅਕਸਰ ਨਾਮ ਤੋਂ। ਜਿਵੇਂ ਮੈਂ ਕੁਝ ਕਹਾਣੀਆਂ ਦੇ ਪਹਿਲੇ ਵਾਕ ਪੜ੍ਹ ਰਿਹਾ, ਆਲਾ ਸਿੰਘ ਹੁਣ ਕੁਝ ਬੁੱਢਾ ਹੋ ਗਿਆ ਸੀ,
फस्ट डिवीजन में MA पास करने पिछों भगवंत नूं नौकरी की रता चाह ना सी। रणबीर हुणे ही एक बड़े औखे दौर विचों लंघी सी। हजारा सिंह पक्का चोर सी। बहादुर सिंह ढिले आचरण करके मिन्नी दुआले काफ़ी अपने ढिले आचरण करके मिन्नी आले दुआले विच काफ़ी बदनाम सी। सो इन्हां कहानियां दे विच आपां देखदे हां कि पहला मनुख आ ते मनुख वो इन्नी निश्चितता नाल इन्नी क्लैरिटी नाल लिखदा है ਜਿਹੜਾ कि तीजे चौथे पड़ाव की कहानी में आप देखते हैं कि एक धुंधलका जिहा आउण लग जाता कि दो पैरों तक ही नहीं पता लगता कि कहानी की है। बिरतांतकार अक्सर ओह नाल गल करदा कि ओह जा रहा वो आ रहा तो अगे जाके ਉਹਦਾ नाम स्पष्ट होंदा। पर विरक के केस च सब तो पहला बंदे की स्थिति स्पष्ट करदा ਤੇ ਵੰਡ ਵਾਲੀਆਂ ਜਦੋਂ ਕਹਾਣੀਆਂ ਵੀ ਲਿਖਦਾ ਤਾਂ ਉਹਦੇ ਵਿੱਚ ਵੀ ਭਾਵੇਂ ਹੁਣ ਜਿਹੜੀ ਮੇਰੀ ਧਾਰਨਾ ਇਹ ਆ ਕਿ ਮਨੁੱਖ ਲਈ ਵਿਰਕ ਲਈ ਮਨੁੱਖ ਜ਼ਿਆਦਾ ਮਹੱਤਵਪੂਰਨ ਆ। ਇਸ ਕਰਕੇ ਉਹਦੀ ਕਹਾਣੀ ਸਭ ਤੋਂ ਪਹਿਲਾਂ ਬੰਦੇ ਦਾ ਜ਼ਿਕਰ ਆਉਂਦਾ, ਫਿਰ ਸਮਾਜਿਕ ਚੌਗਿਰਦੇ ਦਾ ਤੇ ਇਤਿਹਾਸ। ਇਸ ਮੇਰੀ ਧਾਰਨਾ ਦਾ ਅਪਵਾਦ ਸਿਰਫ ਉਹਦੀਆਂ ਉਹ ਕਹਾਣੀਆਂ ਨੇ ਜਿਹੜੀਆਂ ਵੰਡ ਨਾਲ ਸੰਬੰਧਿਤ ਨੇ। ਕਿਉਂਕਿ ਵੰਡ ਦੀਆਂ ਕਹਾਣੀਆਂ 'ਚ ਕੀ ਹੋਊਗਾ, ਪਹਿਲਾਂ ਇਤਿਹਾਸਕ ਸਥਿਤੀ ਬਿਆਨ ਹੁੰਦੀ ਆ, ਫਿਰ ਪਾਤਰ ਆਊਗਾ। ਤੇ ਉਹਦਾ ਮੈਨੂੰ ਲੱਗਦਾ ਕਿ ਕਾਰਨ ਇਹ ਹੈ ਕਿ ਉਸ ਵੇਲੇ ਜਿਹੜੀ ਇਤਿਹਾਸਕਤਾ ਉਹ ਬੰਦੇ ਨਾਲੋਂ ਜ਼ਿਆਦਾ ਤਾਕਤਵਰ ਹੋ ਗਈ ਸੀ ਤੇ ਬੰਦਾ ਉਸ ਬੰਦੇ ਦੀ ਜਿਹੜਾ ਬਲੀ ਹੱਥ ਆ ਉਹ ਕਿਤੇ ਕਮਜ਼ੋਰ ਹੋ ਗਿਆ ਸੀ ਉਹਨਾਂ ਸਥਿਤੀਆਂ ਦੇ ਵਿੱਚ, ਵਿਚਾਰਾ ਹੋ ਗਿਆ ਸੀ। ਪਰ ਕਹਾਣੀ ਦੇ ਅੰਤ ਤੱਕ ਜਾਂਦੇ ਜਾਂਦੇ ਉਹ ਵੀ ਆਪਣੇ ਇੱਕ ਇਸ ਤਰ੍ਹਾਂ ਦੇ ਲਿਸ਼ਕਾਰੇ ਦਿੰਦਾ ਮਨੁੱਖ ਜਿਹਦੇ 'ਚ ਉਹ ਆਪਣੀ ਜਿਉਣ ਜੋਗੀ ਜੀਵੰਤਤਾ ਨਾਲ ਫਿਰ ਤੋਂ ਜੁੜ ਜਾਂਦਾ। ਸੋ ਜਿਹੜੀ ਮੇਰੀ ਦੂਜੀ ਸਬਮਿਸ਼ਨ ਪਹਿਲੀ ਇਹ ਆ ਕਿ ਉਹਦਾ ਜਿਹੜੀ ਕਹਾਣੀ ਬੇਸਿਕਲੀ ਮਨੁੱਖੀ ਅਸਤਿਤਵ ਦੀ ਕਹਾਣੀ ਆ। ਇਸ ਕਰਕੇ ਉਹ ਮਨੁੱਖ ਤੋਂ ਸ਼ੁਰੂ ਕਰਦਾ ਤੇ ਸਮਾਜਿਕ ਯਥਾਰਥ ਜਾਂ ਸਮਾਜਿਕ ਯਥਾਰਥ ਦੀ ਪੇਸ਼ਕਾਰੀ ਉਹਦੇ ਲਈ ਦੂਜੀ ਚੀਜ਼ ਆ। ਅਗਲੀ ਗੱਲ ਇਹ ਆ ਕਿ ਵਿਰਕ ਦੇ ਹੱਥਾਂ 'ਚ ਪਹਿਲੀ ਗੱਲ ਤਾਂ ਵਿਰਕ ਨਿੱਕੀ ਕਹਾਣੀ ਦਾ ਮਾਡਲ ਹੀ ਕਿਉਂ ਵਰਤਦਾ ਤੇ ਉਹਦੇ ਹੱਥਾਂ 'ਚ ਇਹ ਕਹਾਣੀ ਕਿਉਂ ਸਿਖਰ ਤੇ ਪਹੁੰਚਦੀ ਆ। ਤੇ ਇਸ ਗੱਲ ਨੂੰ ਆਪਾਂ ਸਮਝੀਏ ਕਿ ਜਿਹੜਾ ਕਹਾਣੀ ਦਾ ਦਰਸ਼ਨ ਆ, ਨਿੱਕੀ ਕਹਾਣੀ ਦਾ ਦਰਸ਼ਨ, ਉਹ ਬੇਸਿਕਲੀ ਅਸਤਿਤਵਵਾਦ ਨਾਲ ਜੁੜਿਆ। ਗੁਰਲਾਲ ਸਿੰਘ ਇੱਕ ਆਰਟੀਕਲ ਦੇ ਵਿੱਚ ਲਿਖਦੇ ਨੇ ਕਿ ਨਿੱਕੀ ਕਹਾਣੀ ਦੀ ਵਿਧਾ ਪ੍ਰੋਖ ਰੂਪ ਵਿੱਚ ਅਸਤਿਤਵਵਾਦੀ ਫਲਸਫੇ ਤੋਂ ਆਪਣੀ ਜਿੰਦ ਜਾਨ ਗ੍ਰਹਿਣ ਕਰਦੀ ਹੈ। ਪੱਛਮ ਵਿੱਚ ਨਿੱਕੀ ਕਹਾਣੀ ਦੇ ਉਦੇ ਦਾ ਸਮਾਂ ਵੀ ਉਹੀ ਹੈ ਜੋ ਕਿ ਅਸਤਿਤਵਵਾਦ ਦੇ ਉਭਾਰ ਦਾ ਹੈ। ਯਾਨੀ ਜਦੋਂ ਅਸਤਿਤਵਵਾਦ ਪ੍ਰਮੁੱਖ ਬਣਦਾ, ਅਸਤਿਤਵਵਾਦ ਪ੍ਰਮੁੱਖ ਉਦੋਂ ਬਣਦਾ ਜਦੋਂ ਜਿਹੜੀਆਂ ਪੁਰਾਣੀਆਂ ਬਣਤਰਾਂ ਟੁੱਟ ਕੇ ਬੰਦਾ ਪੂੰਜੀਵਾਦੀ ਪ੍ਰਬੰਧ ਦੇ ਵਿੱਚ ਐਲੀਨੀਏਟ ਹੋਣਾ ਸ਼ੁਰੂ ਹੋ ਜਾਂਦਾ, ਜਦੋਂ ਬੰਦਾ ਸੰਕਟ 'ਚ ਆਉਂਦਾ। ਤੇ ਇਹਦੇ ਨਾਲ ਇੱਕ ਹੋਰ ਜੁੜਦੀ ਗੱਲ ਮੈਂ ਇੱਥੇ ਸ਼ਾਮਲ ਕਰਨੀ ਚਾਹੁੰਦਾ ਕਿ ਗੁਰਲਾਲ ਸਿੰਘ ਨੇ ਕਾਰਲ ਜੈਸਪਰਸ ਦਾ ਇੱਕ ਸੰਕਲਪ ਆ ਸੀਮਾ ਸਥਿਤੀ, ਲਿਮਿਟ ਸਿਚੁਏਸ਼ਨ। ਉਹ ਕਹਿੰਦੇ ਨੇ ਕਿ ਨਿੱਕੀ ਕਹਾਣੀ ਮੁੱਖ ਤੌਰ ਤੇ ਸੰਕਟ ਦੀ ਕਹਾਣੀ ਹੁੰਦੀ ਹੈ। ਸੀਮਾ ਸਥਿਤੀ ਉਹ ਸਥਿਤੀ ਆ ਜਿਸ ਵਿੱਚ ਵਿਅਕਤੀ ਆਪਣੇ ਅਸਤਿਤਵ ਦੀਆਂ ਹੱਦਾਂ ਤੱਕ ਆਉਂਦਾ ਹੈ। ਉਹ ਮੰਨਦਾ ਹੈ ਕਿ ਸੀਮਾ ਸਥਿਤੀ ਮਨੁੱਖੀ ਹੋਣ ਦੇ ਤੀਬਰ ਛਿਣ ਹੁੰਦੇ ਹਨ। ਅਸਤਿਤਵ ਦਾ ਅਰਥ ਮਨੁੱਖ ਨੂੰ ਕੇਵਲ ਸੰਕਟ ਦੀ ਸਥਿਤੀ ਅਰਥਾਤ ਸੀਮਾ ਸਥਿਤੀ ਵਿੱਚ ਮਹਿਸੂਸ ਹੁੰਦਾ ਹੈ। ਜਦੋਂ ਕੋਈ ਭਸੂੜੀ ਪੈਂਦੀ ਹੈ, ਕੋਈ ਅੜਚਨ ਆਉਂਦੀ ਹੈ, ਜਿੱਥੇ ਕੋਈ ਫਸਦਾ ਹੈ, ਜਿੱਥੇ ਕਹਾਣੀ ਸਿਖਰ ਨੂੰ ਪੁੱਜਦੀ ਹੈ ਤੇ ਜਿੱਥੇ ਬੰਦੇ ਨੂੰ ਲੱਗਦਾ ਕਿ ਹੁਣ ਮੇਰੇ ਅੱਗੇ ਕੰਧ ਆ ਗਈ, ਹੁਣ ਮੇਰੇ ਕੋਲ ਕੋਈ ਰਾਹ ਨਹੀਂ ਹੈਗਾ। ਅਸਲ ਅਸਤਿਤਵੀ ਸੰਕਟ ਉਦੋਂ ਪੈਦਾ ਹੁੰਦਾ ਤੇ ਜਦੋਂ ਕੰਧ ਆ ਜਾਂਦੀ ਆ ਤੇ ਆਮ ਸਧਾਰਨ ਸਮਝ ਇਹ ਮੰਨਦੀ ਆ ਕਿ ਹੁਣ ਨਿਰਾਸ਼ਾ ਹੈ, ਹੁਣ ਅੱਗੇ ਕੋਈ ਰਸਤਾ ਨਹੀਂ। ਪਰ ਉਸ ਸੰਕਟ ਦੇ ਵਿੱਚ ਮਨੁੱਖ ਆਪਣੀ ਸਧਾਰਨਤਾ ਵਿੱਚੋਂ ਕੀ ਰਿਸਪੌਂਸ ਕ੍ਰੀਏਟ ਕਰਦਾ, ਇਹ ਨਿੱਕੀ ਕਹਾਣੀ ਦਾ ਮਸਲਾ ਹੈ, ਲੰਮੀ ਕਹਾਣੀ ਦਾ ਨਹੀਂ। ਇਸ ਕਰਕੇ ਜਿਹੜੀ ਨਿੱਕੀ ਕਹਾਣੀ ਜਿਹੜੀ ਇਹ ਮਨੁੱਖ ਦੀ ਸਧਾਰਨਤਾ ਨੂੰ ਫੜਨਾ, ਮਨੁੱਖ ਦੇ ਅਸਤਿਤਵ ਨੂੰ ਫੜਨਾ, ਇਹ ਸਾਰੇ ਕੁਝ ਨੂੰ ਫੜਨ ਲਈ ਨਿੱਕੀ ਕਹਾਣੀ ਦਾ ਮਾਡਲ ਪੂਰੀ ਦੁਨੀਆ ਦੇ ਵਿੱਚ ਪ੍ਰਚਲਿਤ ਹੁੰਦਾ ਤੇ ਉਹ ਇੱਕ ਸੈਂਟਰ ਸਟੇਜ ਤੇ ਆਉਂਦਾ। ਉਸੇ ਪ੍ਰਸੰਗ 'ਚ ਹੀ ਪੰਜਾਬੀ ਦੇ ਵਿੱਚ ਨਿੱਕੀ ਕਹਾਣੀ ਦਾ ਮਾਡਲ ਇੱਕ ਖਾਸ ਇਤਿਹਾਸਕ ਦੌਰ 'ਚ ਕੇਂਦਰ 'ਚ ਆਉਂਦਾ ਜਦੋਂ ਜਦੋਂ ਇਨਲਾਈਟਨਮੈਂਟ ਦਾ ਜਿਹੜਾ ਪ੍ਰਭਾਵ ਪੰਜਾਬ 'ਚ ਆਉਂਦਾ, ਜਦੋਂ ਐ ਮੰਨਿਆ ਜਾਣ ਲੱਗ ਪੈਂਦਾ ਕਿ ਬੰਦਾ ਇੱਕ ਬੜਾ ਬਲੀ ਚੀਜ਼ ਆ, ਬੰਦਾ ਸਭ ਕੁਝ ਕਰ ਸਕਦਾ, ਬੰਦਾ ਪੁਰਾਣੇ ਨੂੰ ਪਲਟ ਸਕਦਾ। ਪਲਟੇ ਦੀ ਜੁਗਤ ਜਿਹੜੀ ਕਹਾਣੀ ਦੀ ਉਹ ਇੱਥੋਂ ਆਉਂਦੀ ਹੈ ਕਿ ਬੰਦਾ ਪਲਟ ਸਕਦਾ। ਤੇ ਜਦੋਂ ਇਨਲਾਈਟਨਮੈਂਟ ਪ੍ਰੋਜੈਕਟ ਦੇ ਵਿੱਚ ਸੁਰਾਖ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਬੰਦੇ ਦੀ ਜਿਹੜੀ ਉੱਤਮਤਾ ਉਹ ਖੀਨ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਜਿਹੜਾ ਕਹਾਣੀ ਦਾ ਮਾਡਲ ਆ ਇਹ ਵੀ ਖੀਨ ਹੋਣਾ ਸ਼ੁਰੂ ਹੋ ਜਾਂਦਾ। ਉਹ ਆਪਾਂ ਵਿਰਕ ਸਾਹਿਬ ਦੇ ਦੂਜੇ ਪੜਾਅ 70ਵਿਆਂ ਤੋਂ ਬਾਅਦ ਵੀ ਆਪਾਂ ਦੇਖਦੇ ਹਾਂ ਤੇ ਪੂਰੀ ਪੰਜਾਬੀ ਕਹਾਣੀ ਦੇ ਇਤਿਹਾਸ 'ਚ ਵੀ ਆਪਾਂ ਦੇਖਦੇ ਹਾਂ। ਹੁਣ ਇਸ ਤੋਂ ਅੱਗੇ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਉਹ ਆ ਕਿ ਵਿਰਕ ਦੀ ਕਹਾਣੀ ਜਿਹੜੀ ਆ ਬੇਸਿਕਲੀ ਉਹ ਕਹਾਣੀ ਹੈ ਜਿਹਦੇ ਵਿੱਚ ਪੰਜਾਬ ਦਾ ਬਸ਼ਿੰਦਾ ਆਪਣੇ ਅਸਤਿਤਵੀ ਸੰਕਟ ਦੇ ਸਾਹਮਣੇ ਹੁੰਦਾ।
ਇੱਕ ਪਾਸੇ ਸੰਕਟ ਦੇਸ਼ ਵੰਡ ਵਿੱਚੋਂ ਪੈਦਾ ਹੁੰਦਾ, ਦੂਜੇ ਪਾਸੇ ਇਹ ਉਸਰ ਰਹੀਆਂ ਨਿਵੇਕਲੀਆਂ ਆਧੁਨਿਕ ਸਥਿਤੀਆਂ ਤੇ ਚੇਤਨਾ ਵਿੱਚੋਂ ਪੈਦਾ ਹੁੰਦਾ, ਜਿਸ ਵਿੱਚ ਪੁਰਾਣਾ ਜਗੀਰੂ ਢਾਂਚਾ ਟੁੱਟ ਰਿਹਾ, ਨਵਾਂ ਬਣ। ਤੇ ਜਿਵੇਂ ਡਾਕਟਰ ਧਨਵੰਤ ਹੋਰਾਂ ਨੇ, ਮੈਡਮ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਉਹਦੇ ਸਾਹਮਣੇ ਇੱਕ ਉਹ ਅਨੁਭਵ ਆ ਜਿਹੜਾ ਪੇਂਡੂ ਜੀਵਨ ਜਿਹਦੇ ਚ ਪਲਿਆ, ਦੂਜਾ ਆਧੁਨਿਕ ਸੰਵੇਦਨਾ ਜਿਹੜੀ ਉਹਦੀ ਪੜ੍ਹਾਈ ਲਿਖਾਈ ਦੇ ਵਿੱਚ ਉਹਨੇ ਅਰਜਿਤ ਕੀਤੀ ਹੈ, ਜਿਹੜੀ ਉਸ ਇਤਿਹਾਸਿਕ ਦੌਰ ਦੀ ਚੇਤਨਾ ਹੈ ਜਿਹਦੇ ਵਿੱਚ ਉਹ ਸੁਚੇਤ ਹੁੰਦਾ ਪਿਆ, ਤੇ ਉਹ ਇਹਨਾਂ ਦੋਵਾਂ ਦੇ ਦਰਮਿਆਨ। ਜਿਵੇਂ ਮੈਨੂੰ ਲੱਗਦਾ ਕਿ ਅੱਜ ਵੀ ਜੇ ਅਸੀਂ ਵਿਰਕ ਦੇ ਹਵਾਲੇ ਨਾਲ ਸਮਝੀਏ ਤੇ ਅਜੇ ਤੱਕ ਵੀ ਸਾਡੇ ਪੰਜਾਬ ਜਾਂ ਬਸਤੀਵਾਦੀ ਮੁਲਕਾਂ ਦੇ ਵਿੱਚ ਸਾਡੇ ਲਈ ਪਛਾਣ ਦਾ ਸੰਕਟ ਬਹੁਤ ਮਹੱਤਵਪੂਰਨ ਰਹਿੰਦਾ ਕਿ ਸਾਡੀ ਪਛਾਣ ਕੀ ਹੈ, ਕਿ ਅਸੀਂ ਅਤੀਤ ਵੱਲ ਮੁੜ ਜਾਣਾ ਜਾਂ ਜਿਹੜੀ ਆਧੁਨਿਕਤਾ ਉਹ ਉਸ ਵੱਲ ਜਾਣਾ। ਤੇ ਅਜੇ ਤੱਕ ਸਾਡੇ ਇੱਕ ਵਿਚਾਰਾਂ ਦਾ ਇੱਕ ਧਿਰਾ, ਇੱਕ ਵਿਦਵਾਨ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਜਿਹੜਾ ਪਿਛਲਾ ਅਤੀਤ ਆ ਉਹ ਮਹੱਤਵਪੂਰਨ ਆ, ਤੁਸੀਂ ਉਧਰ ਵੱਲ ਨੂੰ ਮੁੜਨਾ ਚਾਹੁੰਦੇ ਆ। ਪਰ ਵਿਰਕ ਇੱਥੇ ਕੀ ਪੋਜੀਸ਼ਨ ਲੈਂਦਾ? ਵਿਰਕ ਇਹ ਪੋਜੀਸ਼ਨ ਲੈਂਦਾ ਕਿ ਪਿੰਡ ਵੱਲ ਨੂੰ ਜਾਂ ਪਿਛਾਂਹ ਨੂੰ ਜਾਣਾ, ਇੱਕ ਪੈਰ ਪਿਛਾਂਹ ਨੂੰ ਜਾਣਾ ਹੋਏਗਾ, ਤੇ ਉਹ ਉਸ ਨਵੀਂ ਸੱਭਿਅਤਾ ਵੱਲ ਚੌਖੁਰੀਆ ਭੱਜਣਾ ਚਾਹੁੰਦਾ। ਤੇ ਉਹ ਇਹ ਕਹਿੰਦਾ ਕਿ ਜਿਹੜੀ ਨਵੀਂ ਸੱਭਿਅਤਾ ਪੱਛਮ 'ਚ ਆਈ ਆ, ਜੇ ਉਹ ਕਿਸੇ ਮੁਲਕ 'ਚ ਪਹਿਲਾਂ ਆ ਗਈ, ਇਹਦਾ ਮਤਲਬ ਇਹ ਨਹੀਂ ਕਿ ਸਿਰਫ ਉਹ ਉਹਨਾਂ ਦੀ ਤੇ ਸਾਡੇ ਲਈ ਬੇਗਾਨੀ ਹੈ, ਉਹ ਸਾਰੀ ਮਨੁੱਖਤਾ ਦੀ ਸਾਂਝੀ ਹੈ ਤੇ ਸਾਡਾ ਸਾਰਿਆਂ ਦਾ ਹੱਕ ਆ। ਇਸ ਕਰਕੇ ਉਹ ਉੱਥੇ ਜਿਹੜੀ ਚੋਣ ਕਰਦਾ ਉਹ ਆਧੁਨਿਕ ਚੇਤਨਾ ਤੇ ਸੰਵੇਦਨਾ ਦੀ ਕਰਦਾ। ਹੁਣ ਇੱਥੇ ਮੈਂ ਇੱਕ ਹੋਰ ਚਿੰਤਕ ਦਾ ਹਵਾਲਾ ਲੈਣਾ ਚਾਹੁੰਦਾ, ਉਹ ਹੈ ਚਿੰਤਕ ਕਹਾਣੀ ਬਾਰੇ ਰਿਕਾਰਡੋ ਪਿਗਲੀਆ। ਰਿਕਾਰਡੋ ਪਿਗਲੀਆ ਇਹ ਕਹਿੰਦਾ ਕਿ ਨਿੱਕੀ ਕਹਾਣੀ ਦਾ ਜਿਹੜਾ ਮਾਡਲ ਹੁੰਦਾ ਉਹਦੇ ਵਿੱਚ ਦੋ ਕਹਾਣੀਆਂ ਸੁਣਾਈਆਂ ਗਈਆਂ ਹੁੰਦੀਆਂ ਨੇ। ਇੱਕ ਕਹਾਣੀ ਜਿਹੜੀ ਉੱਪਰਲੀ ਸਤ੍ਹਾ ਤੇ ਚੱਲਦੀ ਆ, ਇੱਕ ਕਹਾਣੀ ਜਿਹੜੀ ਗੁਪਤ ਹੁੰਦੀ ਉਹਦੇ ਹੇਠਾਂ ਚੱਲਦੀ ਆ। ਤੇ ਲੇਖਕ ਉਹਨਾਂ ਦੋ ਕਹਾਣੀਆਂ ਨੂੰ ਇਸ ਤਰ੍ਹਾਂ ਗੁੰਦ ਦਿੰਦਾ ਕਿ ਕਹਾਣੀ ਦੇ ਅੰਤ ਤੇ ਜਿਹੜੀ ਗੁਪਤ ਕਹਾਣੀ ਉਹ ਉੱਪਰ ਆ ਜਾਂਦੀ ਆ ਤੇ ਜਿਹੜੀ ਚੱਲ ਰਹੀ ਕਹਾਣੀ ਆ ਉਹ ਪਲਟ ਜਾਂਦੀ ਹੈ। ਮੈਂ ਇਸ ਗੱਲ ਨੂੰ ਕਿਉਂਕਿ ਸਮਾਂ ਥੋੜਾ ਰਹਿ ਰਿਹਾ ਤੇ ਮੈਂ ਇਹਨੂੰ ਬਰੀਫ ਕਰਨ ਦੀ ਕੋਸ਼ਿਸ਼ ਕਰਦਾ। ਤੇ ਜਿਹੜੀਆਂ ਦੋ ਕਹਾਣੀਆਂ ਚੱਲਦੀਆਂ, ਜਿਵੇਂ ਆਪਾਂ ਉਹਦੀ ਕਹਾਣੀ ਦੇਖਦੇ ਹਾਂ ਉਜਾੜ। ਉਜਾੜ ਕਹਾਣੀ 'ਚ ਕੀ ਹੁੰਦਾ ਕਿ ਕਹਾਣੀ ਦੇ ਪਹਿਲੇ ਹਿੱਸੇ ਦੇ ਵਿੱਚ ਮਾਨ ਸਿੰਘ ਜਦੋਂ ਕਰਮ ਸਿੰਘ ਦੇ ਪਿੰਡ ਜਾ ਰਿਹਾ ਤੇ ਅਸੀਂ ਮਾਨ ਸਿੰਘ ਦੇ ਨਾਲ ਨਾਲ ਪਰੇਸ਼ਾਨ ਹੋਈ ਜਾਂਦੇ ਹਾਂ ਕਿ ਇਹ ਉਹਦੇ ਦੋਸਤ ਉਹਦੇ ਘਰ ਆਇਆ ਤੇ ਕਰਮ ਸਿੰਘ ਦੇ ਮਾਂ ਪਿਓ ਉਹਦੇ ਦੋਸਤ ਨੂੰ ਅਟੈਂਡ ਕਿਉਂ ਨਹੀਂ ਕਰ ਰਹੇ, ਇਹ ਕਿੰਨੇ ਰੁੱਖੇ ਬੰਦੇ ਨੇ, ਕਿੰਨੇ ਮਾੜੇ ਬੰਦੇ ਨੇ। ਪਰ ਜਦੋਂ ਕਹਾਣੀ ਅੰਤ ਤੇ ਪਹੁੰਚ ਜਾਂਦੀ ਹੈ ਤਾਂ ਕਹਾਣੀ ਉਲਟ ਜਾਂਦੀ ਹੈ। ਜਿਹੜੀ ਮਾਨ ਸਿੰਘ ਦੀ ਕਹਾਣੀ ਉਹ ਹੇਠਾਂ ਚਲੀ ਜਾਂਦੀ ਹੈ ਤੇ ਬੁੱਢੇ ਬਜ਼ੁਰਗ ਦੀ ਕਹਾਣੀ ਉੱਪਰ ਆ ਜਾਂਦੀ ਹੈ। ਜਿਹੜੀ ਪ੍ਰਚਲਿਤ ਸਮਝ ਸੀ ਉਹ ਪਲਟ ਜਾਂਦੀ ਹੈ ਤੇ ਨਵੀਂ ਜੁਗਤ ਆ ਜਾਂਦੀ ਹੈ। ਇਹੀ ਗੱਲ ਧਰਤੀ ਹੇਠਲਾਂ ਬੌਲਦ 'ਚ ਹੁੰਦੀ ਆ, ਇਹੀ ਗੱਲ ਉਹਦੀਆਂ ਸ਼ੇਰਨੀਆਂ ਕਹਾਣੀ 'ਚ ਹੁੰਦੀ ਆ, ਇਹੀ ਜੁਗਤ ਉਹਦੀਆਂ ਲਗਭਗ ਪਹਿਲੇ ਦੌਰ ਦੀਆਂ ਸਾਰੀਆਂ ਕਹਾਣੀ 'ਚ ਆ ਕਿ ਜਿੱਥੇ ਉਹ ਪੇਂਡੂ ਪਿਛੋਕੜ ਦੇ ਵਿੱਚ ਆਪਣੇ ਵਿਚਾਰ ਨੂੰ ਲੈ ਜਾਂਦਾ। ਪੇਂਡੂ ਪਿਛੋਕੜ ਪੁਰਾਣੀ ਚੇਤਨਾ ਦਾ ਪ੍ਰਤੀਕ ਆ, ਉਹਦੇ ਉੱਪਰ ਉਹ ਆਪਣੇ ਨਵੇਂ ਵਿਚਾਰਾਂ ਦੀਆਂ ਤਸਵੀਰਾਂ ਵਾਹੁੰਦਾ ਤੇ ਆਪਣੀ ਪੇਂਟਿੰਗ ਬਣਾਉਂਦਾ। ਤੇ ਜਦੋਂ ਉਹਨੂੰ ਪਹਿਲਾਂ ਤੁਹਾਨੂੰ ਪੇਂਡੂ ਸੰਵੇਦਨਾ ਮੁਤਾਬਕ ਕਹਾਣੀ ਚੱਲਦੀ ਲੱਗਦੀ ਆ, ਪਰ ਅੱਗੇ ਜਾ ਕੇ ਜਦੋਂ ਉਹਨੂੰ ਉਲਟਾ ਦਿੰਦਾ ਤਾਂ ਸਾਨੂੰ ਉਹਦੀ ਕਹਾਣੀ ਦੇ ਵਿੱਚੋਂ ਨਵੀਆਂ ਰੌਸ਼ਨੀਆਂ ਸਾਹਮਣੇ ਆਉਂਦੀਆਂ ਨੇ, ਮਨੁੱਖੀ ਹੋਣ ਦੇ ਨਵੇਂ ਪਸਾਰ ਸਾਡੇ ਸਾਹਮਣੇ ਆਉਂਦੇ ਨੇ, ਜਿਹਦੇ ਵਿੱਚੋਂ ਵਿਰਕਈ ਟੱਚ ਪੈਦਾ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕਹਾਣੀ ਪਲਟਾ ਮਾਰਦੀ ਹੈ, ਜਿਹਨੂੰ ਵਰਿਆਮ ਸੰਧੂ ਕਹਿੰਦੇ ਨੇ ਕਿ ਪਰਤਵੀਂ ਲਿਸ਼ਕੋਰ ਆ। ਪ੍ਰਮੁੱਖ ਤੌਰ ਤੇ ਉਹ ਪਰਤਵੀਂ ਲਿਸ਼ਕੋਰ ਬੇਸਿਕਲੀ ਪਰੰਪਰਾ ਤੇ ਆਧੁਨਿਕਤਾ ਦੇ ਟਕਰਾਅ ਦੀ ਆ। ਜਿਹੜੀ ਨਿੱਕੀ ਕਹਾਣੀ ਦਾ ਆਧੁਨਿਕਤਾ ਵੱਲ ਰਿਸਪੌਂਸ ਆ ਉਹ ਕੱਲਾ ਉਹਦੇ ਵੱਲ ਉਤੇਜਿਤ ਨਹੀਂ ਹੈਗਾ। ਉਹ ਨਾ ਤਾਂ ਪਿੰਡ ਨੂੰ ਤੋੜ ਕੇ ਸੁੱਟ ਦਿੰਦਾ ਕਿ ਇਹ ਬਹੁਤ ਪਛੜੀ ਚੀਜ਼ ਆ, ਨਾ ਹੀ ਉਹ ਆਧੁਨਿਕਤਾ ਵੱਲ ਭੱਜ ਕੇ ਪੈਂਦਾ। ਉਹ ਉਸ ਸੰਸਲੇਸ਼ਨ ਦੇ ਦਰਮਿਆਨ ਖੜਾ ਜਿਹਦੇ ਵਿੱਚ ਪਰੰਪਰਾ ਵੀ ਆ ਤੇ ਸਾਡੀ ਨਵੀਆਂ ਬਣਤਰਾਂ ਵੀ ਨੇ, ਉਹਦੇ ਵਿੱਚ ਉਹ ਭਾਸ਼ਾ ਵੀ ਆ ਤੇ ਨਵੀਂ ਸੰਵੇਦਨਾ ਵੀ। ਇਹ ਸਾਰੇ ਕੁਝ ਦੇ ਰਲਾਅ ਵਿੱਚੋਂ ਜਿਹੜੀ ਕਹਾਣੀ ਦਾ ਮਾਡਲ ਪੈਦਾ ਹੁੰਦਾ ਉਹਨੂੰ ਅਤਰ ਸਿੰਘ ਕਹਿੰਦੇ ਨੇ ਕਿ ਉਹ ਪੰਜਾਬੀ ਚੇਤਨਾ, ਪੰਜਾਬੀ ਨਿਜਤਵ ਦੇ ਅਨੁਕੂਲ ਦੀ ਸ਼ੈਲੀ ਪੰਜਾਬੀ ਕਹਾਣੀ ਨੂੰ ਪ੍ਰਾਪਤ ਹੋਈ ਆ। ਇਸੇ ਕਰਕੇ ਉਹਦੀ ਮੈਂ ਲਾਸਟ ਗੱਲ, ਮੈਂ ਕੁਝ ਗੱਲਾਂ ਛੱਡ ਰਿਹਾ। ਲਾਸਟ ਗੱਲ ਇਹ ਹੈ ਕਿ ਵਿਰਕ ਜਦੋਂ ਇੱਥੇ ਆਧੁਨਿਕਤਾ ਨਾਲ ਆਪਣਾ ਸੰਬੰਧ ਬਣਾਉਂਦਾ ਪਿਆ ਤਾਂ ਉਹਦੇ ਲਈ ਵੀ ਉਲਾਰ ਨਹੀਂ ਹੈ। ਉਹਦੀ ਕਹਾਣੀ ਹੈ ਮੇਰਗੁਲ, ਉਹਦੇ ਵਿੱਚ ਇੱਕ ਪਾਤਰ ਕਹਿ ਰਿਹਾ, ਮੈਂ ਇੱਥੇ ਆਪਣੀ ਗੱਲ ਖਤਮ ਕਰਾਂ, ਉਹ ਕਹਿੰਦਾ ਹੈ ਕਿ ਏਡੇ, ਉਹ ਸ਼ਿਮਲੇ ਵਾਲੇ ਮਾਲ ਰੋਡ ਤੇ ਬੈਠਾ ਤੇ ਲੋਕਾਂ ਨੂੰ ਦੇਖਦਾ, ਉਹ ਲਿਖਦਾ ਏਡੇ ਬਣੇ ਫੱਬੇ ਅੰਗਰੇਜ਼ ਤੇ ਹਿੰਦੁਸਤਾਨੀ ਕਿੱਥੇ ਜਾ ਰਹੇ ਹਨ, ਕਿਤੇ ਵੀ ਚਲੇ ਜਾਣ, ਹੋਟਲ, ਨਾਚ ਘਰ, ਸਿਨੇਮਾ, ਕਲੱਬ, ਜਿੱਥੇ ਸ਼ਰਾਬ ਪੀ ਕੇ ਰਾਤ ਦੇ 12 ਵਜਾਏ ਜਾ ਸਕਣ। ਇਹਨਾਂ ਰੇਸ਼ਮ ਨਾਲ ਲੱਦੇ ਬੰਦੇ ਜਨਾਨੀਆਂ, ਬਹੁਤ ਇੰਪੋਰਟੈਂਟ ਆ, ਇਹਨਾਂ ਰੇਸ਼ਮ ਨਾਲ ਲੱਦੇ ਬੰਦੇ ਜਨਾਨੀਆਂ ਨੂੰ ਕਿਉਂ ਨਿਰਾ ਮੌਜਾਂ ਲੁੱਟਣ ਦਾ ਹਲਕ ਪੈ ਗਿਆ। ਯਾਨੀ ਉਹ ਜਿਹੜੀ ਆਧੁਨਿਕਤਾ ਆਉਂਦੀ ਪਈ ਆ, ਜਿਹੜੀ ਬੰਦੇ ਨੂੰ ਖਪਤਵਾਦੀ ਬਣਾਉਂਦੀ ਪਈ ਆ,
ਉਹਨੂੰ ਉਸ ਵੇਲੇ ਦੀ ਉਹਦੀ ਪਛਾਣ ਕਰਦਾ ਪਿਆ। ਸੋ ਮੈਂ ਇਸ ਸਾਰੇ ਪੇਪਰ ਦੇ ਵਿੱਚੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕਹਾਣੀ ਦਾ ਨਿੱਕਾ ਮਾਡਲ ਆ, ਇਹ ਉਸ ਵੇਲੇ ਪੈਦਾ ਹੁੰਦਾ ਜਦੋਂ ਪੂੰਜੀਵਾਦੀ ਬਣਤਰਾਂ ਹੁੰਦੀਆਂ ਨੇ, ਜਦੋਂ ਬੰਦੇ ਦੀ ਮਹਾਨਤਾ ਦਾ ਇੱਕ ਡਿਸਕੋਰਸ ਸਿਰਜਿਆ ਜਾਂਦਾ, ਜਦੋਂ ਉਹਦੇ ਵਿੱਚ ਸੁਰਾਖ ਹੋਣੇ ਸ਼ੁਰੂ ਹੋ ਜਾਂਦੇ ਨੇ, ਉਵੇਂ ਉਵੇਂ ਕਹਾਣੀ ਦਾ ਮਾਡਲ ਵੀ ਹੇਠਾਂ ਨੂੰ ਆਉਣਾ ਸ਼ੁਰੂ ਹੋ ਜਾਂਦਾ ਤੇ ਉਹ ਸੈਂਟਰ ਤੋਂ ਲਾਂਭੇ ਹੋ ਜਾਂਦਾ। ਸੋ ਤੁਸੀਂ ਮੈਨੂੰ ਸਮਾਂ ਦਿੱਤਾ, ਮੈਂ ਪੰਜਾਬੀ ਵਿਭਾਗ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ।